Good morning everyone. This is Sandeep Kaur, your social science teacher, and today our topic is the outbreak of the revolution. ਸੋ ਬੱਚੇ ਆਪਾਂ ਲਾਸਟ ਵਾਲੇ ਇਵੈਂਟਸ ਪੜ੍ਹੀਆਂ ਹੈ ਕਿ ਆਮ ਜਿਹੜੇ ਕਾਮਨ ਪਰਸਨਸ ਨੇ ਉਹਨਾਂ ਦੀਆਂ ਕੰਡੀਸ਼ਨਸ ਬਹੁਤ ਬੁਰੀਆਂ ਨੇ, ਉਹਨਾਂ ਦੇ ਵੇਜਸ ਜਿਹੜੇ ਉਹ ਬਿਲਕੁਲ ਵੱਧਦੇ ਨਹੀਂ ਪਏ, ਬਟ ਜਿਹੜੀ ਮਹਿੰਗਾਈ ਆ ਔਰ ਫੂਡ ਪ੍ਰਾਈਸਸ ਨੇ ਉਹ ਕੰਟੀਨਿਊਸਲੀ ਇਨਕਰੀਜ਼ ਹੁੰਦੇ ਪਏ ਆ। ਔਰ ਅਗਰ ਬੈਡ ਵੈਦਰ ਦਾ ਕਰਕੇ ਕਿ ਸਮਟਾਈਮਸ ਜਿਹੜੀਆਂ ਕ੍ਰੌਪਸ ਨੇ ਉਹ ਡਿਸਟਰੋਏ ਹੋ ਜਾਂਦੀਆਂ ਤਾਂ ਜਿਹੜੇ ਇਹ ਪ੍ਰਾਈਸਸ ਨੇ ਹੋਰ ਜ਼ਿਆਦਾ ਵੱਧ ਜਾਂਦੇ ਨੇ, ਠੀਕ ਹੈ। ਬਟ ਸੈਕਿੰਡ ਥਿੰਗ ਜਿਹੜੀ ਆਪਾਂ ਦੇਖਣੀ ਉਹ ਆਪਾਂ ਇਹ ਦੇਖੀ ਹੈ ਕਿ ਲੂਈ 16 ਜਦੋਂ ਬੈਠਦਾ ਹੈ ਆਪਣੀ ਗੱਦੀ ਦੇ ਉੱਪਰ ਬੈਠਦਾ ਹੈ, ਰਾਜਾ ਬਣਦਾ ਹੈ, ਤਾਂ ਉਸ ਟਾਈਮ ਤੇ ਵੀ ਉਹਦੇ ਕੋਲ ਖਜ਼ਾਨੇ ਦੇ ਵਿੱਚ ਕੁਛ ਨਹੀਂ ਹੁੰਦਾ। ਆਲਮੋਸਟ ਜਿਹੜਾ ਫਰਾਂਸ ਹੁੰਦਾ ਹੈ ਉਹ ਕਰਜ਼ੇ 'ਚ ਡੁੱਬਿਆ ਹੁੰਦਾ ਹੈ ਔਰ ਉਸ ਕਰਜ਼ੇ ਦੇ ਪੇ ਕਰਨ ਦੇ ਲਈ ਉਹਨਾਂ ਦੇ ਕੋਲ ਆਪਣਾ ਖਰਚਾ ਚਲਾਉਣਾ ਵੀ ਮੁਸ਼ਕਿਲ ਹੁੰਦਾ ਹੈ, ਠੀਕ ਹੈ। ਸੋ ਇਹਨਾਂ ਸਭ ਪ੍ਰੋਬਲਮ ਦੇ ਸੋਲੂਸ਼ਨ ਦੇ ਲਈ ਤਾਂ ਕਿ ਜਿਹੜਾ ਕਰਜ਼ਾ ਲਾਇਆ ਜਾ ਸਕੇ ਜਾਂ ਜਿਹੜਾ ਰਾਜ ਨੂੰ ਚਲਾਇਆ ਜਾ ਸਕੇ ਐਡਮਿਨਿਸਟ੍ਰੇਸ਼ਨ ਨੂੰ, ਸੋ ਲੂਈ 16 ਕੀ ਸੋਚਦੇ ਹੈ ਕਿ ਜਿਹੜੇ ਟੈਕਸਸ ਨੇ ਉਹਨਾਂ ਨੂੰ ਇਨਕਰੀਜ਼ ਕੀਤਾ ਜਾਏ। ਬਟ ਇਹ ਟੈਕਸਸ ਜਿਹੜੇ ਹੈਗੇ ਉਹ ਆਪਣੀ ਇੱਛਾ ਨਾਲ ਆਪਣੀ ਮਰਜ਼ੀ ਨਾਲ ਇਨਕਰੀਜ਼ ਨਹੀਂ ਕਰ ਸਕਦਾ, ਇਹਦੇ ਵਾਸਤੇ ਉਹਨੂੰ ਸਟੇਟ ਜਨਰਲ ਦੀ ਜਿਹੜੀ ਮਨਜ਼ੂਰੀ ਹੈਗੀ ਉਹ ਲੈਣੀ ਪੈਣੀ ਹੈਗੀ, ਠੀਕ ਹੈ। ਸੋ ਫਰਾਂਸ ਵਿੱਚ ਕਹਿੰਦੇ ਓਲਡ ਡਿਜ਼ਾਈਨ ਮਤਲਬ ਜਿਹੜਾ ਪੁਰਾਣੇ ਟਾਈਮ ਤੋਂ ਹੀ ਚੱਲਿਆ ਆ ਰਿਹਾ ਹੈਗਾ, ਜਿਹੜਾ ਮਨਾਰਕ ਹੀਗਾ, ਜਿਹੜਾ ਰਾਜਾ ਹੁੰਦਾ ਸੀਗਾ, ਉਹ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਟੈਕਸਸ ਇੰਪੋਜ਼ ਨਹੀਂ ਕਰ ਸਕਦਾ, ਠੀਕ ਹੈ। ਸੋ ਉਹਨੂੰ ਕੀ ਕਰਨਾ ਪੈਂਦਾ ਹੈਗਾ, ਸਟੇਟ ਜਨਰਲ ਦੀ ਇੱਕ ਮੀਟਿੰਗ ਬੁਲਾ ਕੇ ਉਹਦੇ ਤੋਂ ਨਵੇਂ ਟੈਕਸਸ ਪ੍ਰਪੋਜ਼ਲਸ ਜਿਹੜੇ ਪਾਸ ਕਰਵਾਉਣੇ ਪੈਂਦੇ ਸੀਗੇ। ਸੋ ਸਟੇਟ ਜਨਰਲ ਕੀ ਹੈਗਾ, ਸਟੇਟ ਜਨਰਲ ਕੀ ਹੈ, ਇੱਕ ਪੋਲੀਟੀਕਲ ਬਾਡੀ ਹੈਗੀ ਜਿਹਦੇ ਵਿੱਚ ਤਿੰਨੋਂ ਸਟੇਟਸ ਦੇ ਜਿਹੜੇ ਮੈਂਬਰ ਸੀਗੇ ਉਹ ਪ੍ਰਪੋਜ਼ਲਸ ਨੂੰ ਜਿਹੜਾ ਹੈਗਾ ਉਹ ਆਪਣੀ ਮਨਜ਼ੂਰੀ ਦਿੰਦੇ ਸੀਗੇ। ਲਾਸਟ ਟਾਈਮ ਕਹਿੰਦੇ ਇਹਦੀ ਜਿਹੜੀ ਮੀਟਿੰਗ ਸੀ ਸਟੇਟ ਜਨਰਲ ਦੀ ਇਹ ਟੈਕਸਸ ਨੂੰ ਵਧਾਉਣ ਦੇ ਲਈ ਮੀਟਿੰਗ ਜਿਹੜੀ ਹੋਈ ਸੀਗੀ ਉਹ 1614 ਦੇ ਵਿੱਚ ਹੋਈ ਸੀ, ਠੀਕ ਹੈ। ਫਿਰ ਨੈਕਸਟ ਹੈ ਬੱਚੇ ਕਹਿੰਦੇ ਕਿ 5 ਮਈ ਔਰ 1789 ਨੂੰ ਲੂਈਸ 16 ਜਿਹੜਾ ਹੈਗਾ ਉਹਨਾਂ ਨੇ ਇਹ ਵਾਲੀ ਸਭਾ ਬੁਲਾਈ, ਸਟੇਟ ਜਨਰਲ ਦੀ ਸਭਾ ਜਿਹੜੀ ਹੈਗੀ ਉਹ ਬੁਲਾਈ ਤਾਂ ਕਿ ਜਿਹੜੇ ਨਵੇਂ ਟੈਕਸਸ ਦੇ ਪ੍ਰਪੋਜ਼ਲਸ ਨੇ ਉਹਨਾਂ ਦੇ ਉੱਤੇ ਮਨਜ਼ੂਰੀ ਲਈ ਜਾ ਸਕੇ, ਠੀਕ ਹੈ। ਔਰ ਇੱਕ ਬੜਾ ਹੀ ਰੈਸਪਲੀਡੈਂਟ ਜਿਹੜਾ ਹਾਲ ਹੈਗਾ, ਮਤਲਬ ਬੜਾ ਇੰਪ੍ਰੈਸਿਵ ਬੜਾ ਸੋਹਣਾ ਜਿਹੜਾ ਇੱਕ ਹਾਲ ਹੈਗਾ ਵਰਸੇਲਸ ਦੇ ਵਿੱਚ ਜਿਹੜਾ ਹੈਗਾ ਪ੍ਰਪੇਅਰ ਕੀਤਾ ਗਿਆ ਤਾਂ ਕਿ ਡੈਲੀਗੇਟਸ ਨੇ ਉਹਨਾਂ ਨੂੰ ਉੱਥੇ ਰੱਖਿਆ ਜਾ ਸਕੇ, ਬਿਠਾਇਆ ਜਾ ਸਕੇ, ਵੈਲਕਮ ਕੀਤਾ ਜਾ ਸਕੇ। ਸੋ ਫਸਟ ਤੇ ਸੈਕਿੰਡ ਸਟੇਟ ਦੇ ਜਿਹੜੇ ਬੱਚੇ ਪਰਸਨ ਸੀਗੇ ਉਹ 300 ਈਚ, ਠੀਕ ਹੈ। ਹਰ ਇੱਕ ਫਸਟ ਸਟੇਟ ਕਿੰਨੇ ਮੈਂਬਰਸ ਭੇਜਦੀ ਸੀ ਉੱਥੇ 300, ਸੈਕਿੰਡ ਕਿੰਨੇ ਭੇਜਦੀ ਸੀਗੀ 300 ਐਂਡ 300 600 ਹੋ ਗਏ, ਠੀਕ ਹੈ। ਸੋ ਫਸਟ 2 ਸਟੇਟਸ ਜਿਹੜੀਆਂ ਹੈਗੀਆਂ ਉਹ 600 ਰਿਪਰੈਜ਼ੈਂਟੇਟਿਵਸ 300 ਈਚ ਐਂਡ ਬੋਥ ਆ 600 ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਉਹ ਫਸਟ 2 ਸਟੇਟਸ ਜਿਹੜੀਆਂ ਭੇਜਦੀਆਂ ਹੈਗੀਆਂ, ਠੀਕ ਹੈ। ਸੋ ਬੱਚੇ ਜਿਵੇਂ ਆਪਾਂ ਅੱਜ ਕੱਲ੍ਹ ਦੇਖਦੇ ਕਿ ਕੈਬਨਿਟ ਦੀ ਮੀਟਿੰਗ ਹੋ ਰਹੀ ਹੁੰਦੀ ਹੈ, ਸਾਹਮਣੇ ਚੀਫ ਮਿਨਿਸਟਰ ਬੈਠੇ ਹੁੰਦੇ ਔਰ ਦੋਨੋਂ ਸਾਈਡ 'ਤੇ ਮਿਨਿਸਟਰਸ ਬੈਠੇ ਹੁੰਦੇ। ਇਸੇ ਤਰੀਕੇ ਨਾਲ ਜਿਹੜੀ ਸਾਹਮਣੇ ਵਾਲੀ ਚੇਅਰ ਸੀਗੀ ਉੱਥੇ ਰਾਜਾ ਬੈਠਦਾ ਸੀਗਾ ਔਰ ਉਹਦੇ ਦੋਨੋਂ ਸਾਈਡਸ ਵਾਲੇ ਜਿਹੜੀਆਂ ਟੇਬਲ ਦੇ ਦੋਨੋਂ ਸਾਈਡਸ 'ਤੇ ਜਿਹੜੀਆਂ ਚੇਅਰਸ ਲੱਗੀਆਂ ਹੁੰਦੀਆਂ ਹੈਗੀਆਂ ਉਹਨਾਂ ਵਿੱਚ ਇੱਕ ਸਾਈਡ ਦੇ ਉੱਤੇ ਫਸਟ ਸਟੇਟ ਦੇ ਮੈਂਬਰਸ ਬੈਠਦੇ ਸੀਗੇ, ਦੂਜੀ ਸਾਈਡ 'ਤੇ ਸੈਕਿੰਡ ਸਟੇਟ ਦੇ ਮੈਂਬਰਸ ਬੈਠਦੇ ਸੀਗੇ ਔਰ ਜਿਹੜੀ ਥਰਡ ਸਟੇਟ ਸੀਗੇ ਉਹਦੇ 600 ਮੈਂਬਰਸ ਜਿਹੜੇ ਸੀਗੇ ਉਹ ਪਾਰਟੀਸਪੇਟ ਕਰਦੇ ਸੀਗੇ। 600 ਮੈਂਬਰਸ ਜਿਹੜੇ 600 ਰਿਪਰੈਜ਼ੈਂਟੇਟਿਵਸ ਜਿਹੜੇ ਸੀਗੇ ਉਹ ਥਰਡ ਸਟੇਟ ਤੋਂ ਆਉਂਦੇ ਸੀਗੇ, ਬਟ ਉਹਨਾਂ ਨੂੰ ਕੋਈ ਬੈਠਣ ਲਈ ਜਗ੍ਹਾ ਨਹੀਂ ਹੁੰਦੀ। ਉਹ ਕੀ ਕਰਦੇ ਸੀਗੇ ਕਿ ਜਿੰਨੇ ਵੀ ਫਸਟ ਐਂਡ ਸੈਕਿੰਡ ਸਟੇਟ ਦੇ ਪਰਸਨਸ ਨੇ ਜਿਹੜੇ ਚੇਅਰਸ ਤੇ ਬੈਠੇ ਹੋਏ ਨੇ ਉਹਨਾਂ ਸਭ ਦੇ ਪਿੱਛੇ ਇੱਕ ਇੱਕ ਕਰਕੇ ਉਹ ਖੜੇ ਹੋ ਜਾਂਦੇ ਸੀਗੇ ਔਰ 600 ਕਿਉਂਕਿ ਉਹਨਾਂ ਦੇ ਫਸਟ 2 ਸਟੇਟਸ ਦੇ ਜਿਹੜੇ ਮੈਂਬਰ ਸੀਗੇ ਉਹ 600 ਸੀਗੇ ਔਰ ਇਹ ਵਾਲੇ ਵੀ 600 ਸੀਗੇ। ਸੋ ਹਰ ਇੱਕ ਮੈਂਬਰ ਦੇ ਪਿੱਛੇ ਜਿਹੜਾ ਬੈਠਾ ਹੋਇਆ ਉਹਦੇ ਪਿੱਛੇ ਇੱਕ ਮੈਂਬਰ ਥਰਡ ਸਟੇਟ ਦਾ ਖੜਾ ਹੋ ਜਾਂਦਾ ਸੀ ਔਰ ਇਸ ਤਰੀਕੇ ਨਾਲ ਇਹ ਮੀਟਿੰਗ ਜਿਹੜੀ ਉਹ ਲਈ ਜਾਂਦੀ ਸੀਗੀ, ਠੀਕ ਹੈ। ਹੁਣ ਥਰਡ ਸਟੇਟ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਕਹਿੰਦੇ ਕਿ ਜ਼ਿਆਦਾਤਰ ਐਜੂਕੇਟਡ ਮੈਂਬਰਸ ਹੁੰਦੇ ਸੀਗੇ, ਪ੍ਰੋਸਪਰਸ ਹੁੰਦੇ ਸੀਗੇ, ਜਿਹੜੇ ਮਤਲਬ ਕਾਫੀ ਰਿਚ ਪਰਸਨਸ ਨੇ ਥਰਡ ਸਟੇਟ ਵਿੱਚ, ਉਹੀ ਇਹਨਾਂ ਨੂੰ ਰਿਪਰੈਜ਼ੈਂਟ ਕਰਦੇ ਸੀਗੇ। ਅਦਰਵਾਈਜ਼ ਜਿਹੜੇ ਪੀਜ਼ੈਂਟ ਸੀਗੇ, ਆਰਟੀਸਨ ਸੀਗੇ ਜਾਂ ਵੂਮਨ ਸੀਗੀਆਂ ਉਹਨਾਂ ਨੂੰ ਇਹੋ ਜਿਹੀ ਮੀਟਿੰਗ ਦੇ ਵਿੱਚ ਅਲਾਓ ਨਹੀਂ ਕੀਤਾ ਜਾਂਦਾ, ਠੀਕ ਹੈ। ਹਾਲਾਂਕਿ ਕਹਿੰਦੇ ਕਿ ਉਹਨਾਂ ਦੇ ਜਿਹੜੇ ਗ੍ਰੀਵੈਂਸਸ ਯਾਨੀ ਕਿ ਉਹਨਾਂ ਦੇ ਜਿਹੜੇ ਕੰਪਲੇਨਸ ਸੀਗੀਆਂ ਔਰ ਜਾਂ ਉਹਨਾਂ ਦੇ ਡਿਮਾਂਡਸ ਸੀਗੀਆਂ ਉਹਨਾਂ ਨੂੰ 40,000 ਲੈਟਰਸ ਦੇ ਵਿੱਚ ਜਿਹੜਾ ਹੈਗਾ ਉਹ ਰਿਪਰੈਜ਼ੈਂਟੇਟਿਵਸ ਜਿਹੜੇ ਆਪਣੇ ਨਾਲ ਲੈ ਕੇ ਆਏ ਸੀਗੇ। ਬਟ ਜਿਹੜੀ ਵੋਟਿੰਗ ਹੁੰਦੀ ਸੀ ਬੱਚੇ, ਵੋਟਿੰਗ ਦੇ ਵਿੱਚ ਵੀ ਇੱਕ ਬੜਾ ਇੱਥੇ ਬਾਇਸਡ ਜਿਹੜਾ ਇੱਕ ਪ੍ਰੋਸੈਸ ਜਿਹੜਾ ਸੀ ਉਹਨੂੰ ਫੋਲੋ ਕੀਤਾ ਜਾਂਦਾ ਸੀਗਾ ਕਿ ਹਰ ਇੱਕ ਸਟੇਟ ਜਿਹੜੀ ਸੀਗੀ ਉਹਨੂੰ ਇੱਕ ਇੱਕ ਵੋਟ ਦਿੱਤਾ ਜਾਂਦਾ ਸੀਗਾ। 3 ਸਟੇਟ ਸੀਗੀਆਂ, ਜਿਹੜੀ ਸਾਈਡ ਤੇ 2 ਵੋਟਸ ਹੋ ਜਾਂਦੀਆਂ ਸੀਗੀਆਂ ਉਸੇ ਪੱਖ ਦਾ ਫੈਸਲਾ ਹੁੰਦਾ ਹੈਗਾ। ਬਟ ਆਪਾਂ ਨੂੰ ਸਭ ਤੋਂ ਪਹਿਲਾਂ ਆਪਾਂ ਪੜ੍ਹ ਚੁੱਕੇ ਹਾਂ ਕਿ ਫਸਟ 2 ਸਟੇਟਸ ਜਿਹੜੀਆਂ ਸੀਗੀਆਂ ਕਲਰਜੀ ਤੇ ਨੈਕਸਟ ਨੋਬਿਲਿਟੀ, ਉਹਨਾਂ ਨੇ ਕੋਈ ਵੀ ਟੈਕਸ ਪੇ ਨਹੀਂ ਕਰਦੇ। ਦੇਵਰ ਹੈਡ ਦਾ ਪ੍ਰਿਵਿਲੇਜਸ ਨੋਟ ਟੂ ਪੇ ਐਨੀ ਟੈਕਸ, ਠੀਕ ਹੈ। ਸੋ ਉਹ ਕੋਈ ਵੀ ਕਿਸੇ ਤਰੀਕੇ ਦਾ ਟੈਕਸ ਪੇ ਨਹੀਂ ਹੀ ਕਰਦੇ। ਸੋ
ਉਹਨਾਂ ਦੀ ਕਦੀ ਵੀ ਉਹ ਇਸ ਚੀਜ਼ ਨੂੰ ਡਿਨਾਈ ਨਹੀਂ ਕਰ ਸਕਦੇ ਕਿ ਟੈਕਸਸ ਜਿਹੜੇ ਨੇ ਉਹ ਵਧਾਏ ਨਾ ਜਾਣ, ਕਿਉਂਕਿ ਅਲਟੀਮੇਟਲੀ ਉਹ ਟੈਕਸਸ ਉਹਨਾਂ ਨੂੰ ਹੀ ਮਿਲਣੇ ਹੀਗੇ। ਸੋ ਇਹ ਇੱਕ ਤਰੀਕੇ ਦੇ ਨਾਲ ਇੱਕ ਥਰਡ ਸਟੇਟ ਦੇ ਨਾਲ ਇੱਕ ਧੋਖੇ ਦੀ ਤਰ੍ਹਾਂ ਹੈਗਾ ਕਿ ਉਹਨਾਂ ਦੀ ਇਕੱਲੀ ਵੋਟ ਰਹਿ ਜਾਂਦੀ ਸੀਗੀ ਔਰ ਉਹਨਾਂ ਦੇ ਪੱਖ ਦੀ ਗੱਲ ਕਦੀ ਵੀ ਨਹੀਂ ਸੁਣੀ ਜਾਂਦੀ, ਠੀਕ ਹੈ। ਸੋ ਇਸੇ ਲਈ ਜਿਹੜਾ ਸਟੇਟ ਜਨਰਲ ਦੀ ਜਦੋਂ ਇਸ ਵਾਰੀ ਹੁਣ ਮੀਟਿੰਗ ਹੋ ਰਹੀ ਹੁੰਦੀ ਹੈ ਲੂਸ 16 ਦੇ ਹੁੰਦੇ ਆ, ਤਾਂ ਜਿਹੜੇ ਥਰਡ ਸਟੇਟ ਦੇ ਮੈਂਬਰਸ ਨੇ ਉਹ ਕੀ ਮੰਗ ਕਰਦੇ ਨੇ ਕਿ ਹਰ ਸਿੰਗਲ ਪਰਸਨ ਨੂੰ ਇੱਕ ਵੋਟ ਦਿੱਤੀ ਜਾਵੇ, ਨਾ ਕਿ ਇੱਕ ਸਟੇਟ ਦੀ ਇੱਕ ਵੋਟ ਹੋਏ। ਯਾਨੀ ਕਿ 600 ਮੈਂਬਰਸ ਨੇ ਜੇ ਥਰਡ ਸਟੇਟ ਦੇ, ਤਾਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਸਿੰਗਲ ਵੋਟ ਦੇਣ ਦਾ ਰਾਈਟ ਹੋਵੇ। ਬਟ ਜਿਹੜਾ ਲੂਇਸ 16 ਹੈ ਉਹ ਇਸ ਚੀਜ਼ ਨੂੰ ਮਨਾ ਕਰ ਦਿੰਦੇ ਆ, ਠੀਕ ਹੈ। ਔਰ ਉਹ ਕਹਿੰਦੇ ਕਿ ਨਹੀਂ, ਆਪਾਂ ਪਹਿਲਾਂ ਵਾਂਗੂ ਜਿਹੜਾ ਹੈ ਉਹ ਪ੍ਰੋਸੈਸ ਚੱਲੇਗਾ। ਸੋ ਇਸ ਚੀਜ਼ ਦਾ ਵਿਰੋਧ ਕਰਨ ਦੇ ਲਈ, ਪ੍ਰੋਟੈਸਟ ਕਰਨ ਦੇ ਲਈ ਜਿਹੜਾ ਹੈ ਉਹ ਸਾਰੇ ਥਰਡ ਸਟੇਟ ਦੇ ਮੈਂਬਰ ਜਿਹੜੇ ਆ ਉਹ ਬਾਹਰ ਆ ਜਾਂਦੇ ਆ, ਉਸ ਸਟੇਟ ਜਨਰਲ ਦੀ ਮੀਟਿੰਗ ਤੋਂ ਬਾਹਰ ਆ ਜਾਂਦੇ ਆ। ਇਹ ਵਾਲਾ ਜਿਹੜਾ ਵਿਊ ਸੀਗਾ ਕਿ ਹਰ ਸਿੰਗਲ ਪਰਸਨ ਨੂੰ ਇੱਕ ਵੋਟ ਮਿਲਣੀ ਚਾਹੀਦੀ ਹੈ, ਹਰ ਸਿੰਗਲ ਪਰਸਨ ਦੀ ਆਪਣੀ ਇੱਕ ਵੋਟ ਹੋਣੀ ਚਾਹੀਦੀ ਹੈ, ਇਹ ਉਹਨਾਂ ਨੇ ਰੂਸੋ ਦੀ ਬੁੱਕ ਜਿਹੜੀ ਸੀਗੀ ਸੋਸ਼ਲ ਕੰਟਰੈਕਟ, ਉੱਥੋਂ ਇਹ ਵਾਲਾ ਪ੍ਰਿੰਸੀਪਲ ਲਿਆ ਸੀਗਾ। ਇਹ ਪ੍ਰਿੰਸੀਪਲ ਜਿਹੜਾ ਸੀਗਾ ਰੂਸੋ ਨੇ ਆਪਣੀ ਬੁੱਕ ਸੋਸ਼ਲ ਕੰਟਰੈਕਟ ਵਿੱਚ ਦਿੱਤਾ ਸੀਗਾ, ਠੀਕ ਹੈ। ਸੋ ਸਟੇਟ ਜਨਰਲ ਜਿਹੜੇ ਹੈ ਉਹ ਬਾਹਰ ਆ ਜਾਂਦੇ ਆ, ਸੌਰੀ ਥਰਡ ਸਟੇਟ ਦੇ ਜਿਹੜੇ ਮੈਂਬਰਸ ਨੇ ਉਹ ਬਾਹਰ ਆ ਜਾਂਦੇ ਆ, ਠੀਕ ਹੈ। ਔਰ ਬਾਹਰ ਆ ਕੇ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੰਦੇ ਆ। ਔਰ ਤੋਂ ਬਾਅਦ ਵਿੱਚ ਬੱਚੇ ਜਿਹੜੇ ਥਰਡ ਸਟੇਟ ਦੇ ਮੈਂਬਰ ਸੀਗੇ ਉਹ ਆਪਣੇ ਆਪ ਨੂੰ ਐਵੇਂ ਦੇਖਦੇ ਸੀਗੇ ਕਿ ਅਸੀਂ ਜਿਹੜੇ ਆ ਸਾਰਾ ਜਿਹੜਾ ਫ੍ਰੈਂਚ ਨੇਸ਼ਨ ਹੈ ਉਹ ਉਹਦੇ ਅਸੀਂ ਸਪੋਕਸਮੈਨ ਆ, ਯਾਨੀ ਕਿ ਉਹਦੇ ਅਸੀਂ ਮੁੱਖ ਬੁਲਾਰੇ ਜਾਂ ਉਹਦਾ ਡਿਸੀਜ਼ਨ ਮੇਕਰਸ ਅਸੀਂ ਆ। ਸੋ 20 ਜੂਨ ਨੂੰ ਉਹ ਇੱਕ ਹਾਲ ਦੇ ਵਿੱਚ ਇਕੱਠਾ ਹੁੰਦੇ ਆ, ਠੀਕ ਹੈ। ਇਨਡੋਰ ਟੈਨਿਸ ਕੋਰਟ, ਇਨਡੋਰ ਸਮਝਦੇ ਹੋ ਜਿਹੜੀਆਂ ਜਿੱਦਾਂ ਇਨਡੋਰ ਗੇਮਸ ਹੁੰਦੀਆਂ, ਮਤਲਬ ਜਿਹੜੀਆਂ ਗਰਾਊਂਡਸ ਵਿੱਚ ਨਹੀਂ ਹੁੰਦੀਆਂ, ਜਿਹੜੀਆਂ ਇਨਡੋਰ ਆਮ ਬਿਲਡਿੰਗਸ ਦੇ ਵਿੱਚ ਬਣੀਆਂ ਹੋਈਆਂ ਛੋਟੀਆਂ ਗਰਾਊਂਡ ਕੋਰਟ ਹੁੰਦੇ ਆ। ਟੈਨਿਸ ਕੋਰਟ ਹੋ ਗਿਆ ਐਂਡ ਬੈਡਮਿੰਟਨ ਕੋਰਟ ਹੋ ਗਿਆ, ਐਵੇਂ, ਠੀਕ ਹੈ। ਸੋ ਇਨਡੋਰ ਟੈਨਿਸ ਕੋਰਟ ਹੀਗਾ ਵਰਸੇਲਸ ਦੀ ਗਰਾਊਂਡ ਦੇ ਵਿੱਚ, ਠੀਕ ਹੈ। ਉੱਥੇ ਕਹਿੰਦੇ ਕਿ ਉਸ ਕੋਰਟ ਦੇ ਵਿੱਚ ਇਕੱਠੇ ਹੁੰਦੇ ਆ, ਉਸ ਗਰਾਊਂਡ ਦੇ ਵਿੱਚ ਇਕੱਠੇ ਹੁੰਦੇ ਆ ਔਰ ਆਪਣੇ ਆਪ ਨੂੰ ਇੱਕ ਨੈਸ਼ਨਲ ਅਸੈਂਬਲੀ ਜਿਹੜਾ ਉਹ ਡਿਕਲੇਅਰ ਕਰ ਦਿੰਦੇ ਆ ਔਰ ਇਹ ਸਹੁੰ ਚੁੱਕਦੇ ਆ ਕਿ ਉਹ ਜਿੰਨਾ ਟਾਈਮ ਤੱਕ ਉਹ ਇੱਕ ਕੰਸਟੀਟਿਊਸ਼ਨ ਫਰਾਂਸ ਦੇ ਲਈ ਨਹੀਂ ਬਣਾ ਲੈਂਦੇ ਉਦੋਂ ਤੱਕ ਉਹ ਕਿਸੇ ਵੀ ਡਿਸਪਰਸ ਨਹੀਂ ਹੋਣਗੇ, ਯਾਨੀ ਕਿ ਅਲੱਗ ਇੱਕ ਦੂਜੇ ਤੋਂ ਨਹੀਂ ਹੋਣਗੇ। ਔਰ ਇਹ ਵਾਲਾ ਜਿਹੜਾ ਕੰਸਟੀਟਿਊਸ਼ਨ ਹੋਏਗਾ ਇਹ ਜਿਹੜਾ ਰਾਜਾ ਹੈ ਫਰਾਂਸ ਦੇ ਵਿੱਚ ਉਹਦੀਆਂ ਪਾਵਰਸ ਨੂੰ ਲਿਮਟਿਡ ਕਰੇਗਾ, ਠੀਕ ਹੈ। ਨੈਕਸਟ ਬੱਚੇ ਕਹਿੰਦੇ ਕਿ ਇਹ ਜਿਹੜੀ ਅਸੈਂਬਲੀ ਸੀਗੀ ਇਹਨੂੰ ਲੀਡ ਕੌਣ ਕਰਦਾ ਪਿਆ ਸੀਗਾ? ਮਿਰਾਬਾਊ ਐਂਡ ਅਬੇਸੀਆਸ। ਮਿਰਾਬਾਊ ਕੌਣ ਸੀਗਾ? ਮਿਰਾਬਾਊ ਬੱਚੇ ਇੱਕ ਖੁਦ ਇੱਕ ਨੋਬਲ ਸੀਗਾ, ਠੀਕ ਹੈ। ਉਹ ਇੱਕ ਨੋਬਲ ਫੈਮਿਲੀ ਵਿੱਚ ਪੈਦਾ ਹੋਇਆ ਇੱਕ, ਬਟ ਉਹਦੀਆਂ ਜਿਹੜੀਆਂ ਉਹਦਾ ਮਨ, ਜਿਵੇਂ ਆਪਾਂ ਕਹਿ ਸਕਦੇ ਕਿ ਕਿਸੇ ਦਾ ਇਹ ਵਾਲਾ ਡਿਸਕ੍ਰਿਮੀਨੇਸ਼ਨ ਦੇਖ ਕੇ ਉਹਨੂੰ ਅੱਛਾ ਨਹੀਂ ਲੱਗਾ ਔਰ ਇਹ ਫਿਊਡਲ ਪ੍ਰਿਵਿਲੇਜਸ ਤੋਂ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਉਹਨੇ ਦੂਰ ਕਰ ਲਿਆ ਔਰ ਇਹ ਉਹਨੇ ਇੱਕ ਜਰਨਲ ਮਤਲਬ ਇੱਕ ਮੈਗਜ਼ੀਨ ਦੀ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਉਹਨੇ ਇੱਕ ਜਰਨਲ ਜਿਹੜਾ ਹੈਗਾ ਉਹ ਕੱਢਿਆ ਐਂਡ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਪਾਵਰਫੁਲ ਸਪੀਚਸ ਜਿਹੜੀਆਂ ਹੈਗੀਆਂ ਆਮ ਜਨਤਾ ਦੇ ਵਿੱਚ ਵਰਸੇਲਸ ਦੀ ਅਸੈਂਬਲੀ ਦੇ ਵਿੱਚ ਦਿੱਤੀਆਂ, ਜਿਹਦੇ ਨਾਲ ਲੋਕ ਜਿਹੜੇ ਹੈਗੇ ਕਾਫੀ ਜ਼ਿਆਦਾ ਅਲਰਟ ਹੋਏ। ਨੈਕਸਟ ਹੈ ਅਬੇਸੀਆਸ। ਅਬੇਸੀਆਸ ਬੱਚੇ ਓਰੀਜਨਲੀ ਕਹਿੰਦੇ ਕਿ ਇੱਕ ਪ੍ਰੀਸਟ ਹੀਗਾ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਉਹ ਇੱਕ ਚਰਚ ਵਾਲੀ ਜਿਹੜੀ ਕਲਰਜੀ ਕਲਾਸ ਸੀਗੀ ਉਹ ਉੱਥੋਂ ਆਉਂਦਾ ਹੈਗਾ ਔਰ ਉਹਨੇ ਇੱਕ ਪੰਫਲੇਟ ਲਿਖਿਆ ਦੈਟ ਵਾਜ਼ ਵਟ ਇਜ਼ ਦਾ ਥਰਡ ਸਟੇਟ, ਠੀਕ ਹੈ। ਕਿ ਥਰਡ ਸਟੇਟ ਕੀ ਹੈ? ਇਹ ਪਿਕਚਰ ਹੈ ਬੱਚੇ ਦਾ ਟੈਨਿਸ ਕੋਰਟ, ਉਹ ਵਾਲੀ ਪਿਕਚਰ ਉਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਦੋਂ ਟੈਨਿਸ ਕੋਰਟ ਵਿੱਚ ਲੋਕ ਇਕੱਠਾ ਹੋ ਕੇ ਔਰ ਸਹੁੰ ਚੁੱਕਦੇ ਪਏ ਆ ਕਿ ਉਹ ਉਹਨਾਂ ਟਾਈਮ ਤੱਕ ਡਿਸਪਰਸ ਨਹੀਂ ਹੋਣਗੇ, ਯਾਨੀ ਕਿ ਇਹ ਇੱਕ ਦੂਜੇ ਨਾਲੋਂ ਵੱਖ ਨਹੀਂ ਹੋਣਗੇ ਜਿੰਨਾ ਚਿਰ ਤੱਕ ਉਹ ਕੰਸਟੀਟਿਊਸ਼ਨ ਬਣਾ ਨਹੀਂ ਲੈਂਦੇ। ਨੈਕਸਟ ਹੈ ਬੱਚੇ ਕਹਿੰਦੇ ਕਿ ਜਿਹੜੇ ਨੈਸ਼ਨਲ ਅਸੈਂਬਲੀ ਜਿਹੜੀ ਆ ਉਹ ਵਰਸੇਲਸ ਦੇ ਵਿੱਚ ਕੰਸਟੀਟਿਊਸ਼ਨ ਬਣਾਉਣ ਵਿੱਚ ਬਿਜ਼ੀ ਸੀਗੀ ਤਾਂ ਫਰਾਂਸ ਦੇ ਵਿੱਚ ਇੱਕ ਹਲਚਲ ਜੀ ਮਚ ਗਈ, ਇੱਕ ਹਲਚਲ ਵਿੱਚ ਲੋਕਾਂ ਵਿੱਚ ਇੱਕ ਹਲਚਲ ਜਿਹੜੀ ਸੀਗੀ ਹੋਣੀ ਸ਼ੁਰੂ ਹੋ ਗਈ ਔਰ ਇੱਕ ਬੜੀ ਜਿਹਦਾ ਸੈਵਰ ਮਤਲਬ ਬਹੁਤ ਬੁਰੀ ਜਿਹੜੇ ਇੱਕ ਵਿੰਟਰ ਸੀਜ਼ਨ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ, ਜਿਹਦਾ ਕਰਕੇ ਜਿਹੜੀ ਫਸਲ ਸੀਗੀ ਕਾਫੀ ਜ਼ਿਆਦਾ ਖਰਾਬ ਹੋ ਗਈ ਔਰ ਜਿਹੜੇ ਬ੍ਰੈਡ ਦੇ ਪ੍ਰਾਈਸਿਸ ਸੀਗੇ ਉਹ ਹੋਰ ਜ਼ਿਆਦਾ ਵੱਧ ਗਏ, ਠੀਕ ਹੈ। ਔਰ ਬੇਕਰਸ ਜਿਹੜੇ ਸੀਗੇ ਜਿਹੜੇ ਬ੍ਰੈਡ ਵਗੈਰਾ ਬਣਾਉਂਦੇ ਸੀਗੇ ਉਹ ਆਲਰੇਡੀ ਜਿਹੜਾ ਹੈਗਾ ਉਹ ਕੀ ਕਰਦੇ ਸੀਗੇ ਕਿ ਉਹ ਆਪਣੇ ਕੋਲ ਹੋਰਡਡ ਸਪਲਾਈਜ਼ ਮਤਲਬ ਆਪਣੇ ਕੋਲ ਉਹ ਬਲੈਕ ਦੇ ਵਿੱਚ ਜਿਹੜਾ ਹੈਗਾ ਸਪਲਾਈਜ਼ ਜ਼ਿਆਦਾ ਰੱਖਦੇ ਸੀਗੇ, ਲੋਕਾਂ ਨੂੰ ਦਿੰਦੇ ਨਹੀਂ ਸੀਗੇ ਔਰ ਜਦੋਂ ਡਿਮਾਂਡ ਜ਼ਿਆਦਾ ਵੱਧ ਜਾਂਦੀ ਸੀ ਤਾਂ ਉਹਨੂੰ ਹਾਈ ਪ੍ਰਾਈਸਿਸ ਤੇ ਸੇਲ ਕਰਦੇ ਸੀਗੇ। ਸੋ ਕਹਿੰਦੇ ਕਿ
ਕੁਛ ਘੰਟੇ ਬੀਤਣ ਜਦੋਂ ਜਿਹੜੀਆਂ ਉੱਥੇ ਫੀਮੇਲ ਸੀਗੀਆਂ ਜਿਹੜੀਆਂ ਉੱਥੋਂ ਬੇਕਰੀਜ਼ ਤੋਂ ਬ੍ਰੈਡ ਲੈਣ ਲਈ ਜਾਂਦੀਆਂ ਸੀ ਤਾਂ ਉਹਨਾਂ ਨੂੰ ਕਈ ਘੰਟੇ ਜਿਹੜਾ ਹੈਗਾ ਉਹ ਲਾਈਨਾਂ ਵਿੱਚ ਲੱਗਣਾ ਪੈਂਦਾ ਹੈਗਾ। ਇਸੇ ਟਾਈਮ 'ਤੇ ਜਿਹੜੀਆਂ ਉਹ ਫੀਮੇਲ ਸੀਗੀਆਂ ਉਹਨਾਂ ਨੂੰ ਕਾਫੀ ਜ਼ਿਆਦਾ ਗੁੱਸਾ ਆਇਆ ਔਰ ਉਹਨਾਂ ਨੇ ਕੀ ਕੀਤਾ ਕਿ ਉਹ ਸ਼ੌਪਸ ਦੇ ਉੱਤੇ ਉਹਨਾਂ ਨੇ ਅਟੈਕ ਕਰ ਦਿੱਤਾ ਔਰ ਜੋ ਵੀ ਉੱਥੇ ਬ੍ਰੈਡਸ ਵਗੈਰਾ ਜੋ ਵੀ ਉਹਨਾਂ ਨੂੰ ਮਿਲੇ ਉਹਨਾਂ ਨੇ ਲੈ ਲਏ। ਠੀਕ ਹੈ, ਇਸੇ ਟਾਈਮ 'ਤੇ ਜਿਹੜਾ ਕਿੰਗ ਹੈ ਰਾਜਾ ਹੈ ਉਹ ਆਰਡਰ ਕਰਦਾ ਹੈ ਆਪਣੇ ਟਰੂਪਸ ਮਤਲਬ ਆਪਣੀ ਸੈਨਾ ਨੂੰ ਆਰਡਰ ਕਰਦਾ ਹੈ ਕਿ ਉਹ ਪੈਰਿਸ ਵੱਲ ਨੂੰ ਜਾਵੇ ਅਤੇ 14 ਜੁਲਾਈ ਨੂੰ ਜਿਹੜਾ ਹੈਗਾ ਉਹ ਜਿਹੜੀ ਐਜੀਟੇਟਡ ਜਿਹੜੀ ਕਰਾਊਡ ਹੀਗਾ ਲੋਕ ਹੀਗੇ ਉਹਨਾਂ ਨੇ ਡਿਸਟਰੋਏ ਕਰ ਦਿੱਤਾ ਬਾਸਟਾਈਲ ਨੂੰ, ਜਿਹੜਾ ਕਿ ਆਪਾਂ ਫਸਟ ਪੇਜ 'ਤੇ ਪੜ੍ਹਿਆ ਸੀਗਾ। ਠੀਕ ਹੈ, ਬਾਸਟਾਈਲ ਕੀ ਹੀਗਾ ਆਪਾਂ ਪੜ੍ਹਿਆ ਹੋਇਆ ਹੈ ਕਿ ਇੱਕ ਫੋਰਟਰੈਸ ਸੀਗਾ, ਪ੍ਰਿਜ਼ਨ ਸੀਗਾ ਜਿੱਥੇ ਆਮ ਕੈਦੀਆਂ ਨੂੰ ਰੱਖਿਆ ਜਾਂਦਾ ਸੀਗਾ। ਠੀਕ ਹੈ, ਨੈਕਸਟ ਬੱਚੇ ਕਹਿੰਦੇ ਕਿ ਜਿਹੜੇ ਕੰਟਰੀ ਸਾਈਡ ਹੀ ਯਾਨੀ ਕਿ ਜਿਹੜੇ ਪਿੰਡਾਂ ਵਾਲੀ ਰੂਰਲ ਸਾਈਡ ਸੀਗੀ ਉੱਥੇ ਇੱਕ ਅਫਵਾਹ ਫੈਲ ਗਈ ਕਿ ਪਿੰਡਾਂ ਵਿੱਚ ਅਫਵਾਹ ਫੈਲ ਗਈ ਕਿ ਜਿੰਨੇ ਵੀ ਉਹਨਾਂ ਦੇ ਲੌਰਡਸ ਨੇ, ਲੌਰਡਸ ਮਤਲਬ ਕੌਣ ਹੈ, ਜਿਹੜੇ ਨੋਬਲਸ ਨੇ ਜਿਨ੍ਹਾਂ ਦੇ ਖੇਤ ਨੇ, ਮੇਨਰ ਕੌਣ ਨੇ, ਮੇਨਰ ਉਹ ਨੇ ਜਿਹੜੇ ਖੇਤਾਂ ਨੂੰ ਕਲਟੀਵੇਟ ਕਰ ਰਹੇ ਨੇ। ਠੀਕ ਹੈ, ਔਰ ਟੈਕਸ ਪੇ ਕਰਦੇ ਨੇ, ਰੈਂਟ ਪੇ ਕਰਦੇ ਨੇ ਆਪਣੇ ਮਾਲਕ ਨੂੰ। ਠੀਕ ਹੈ, ਸੋ ਕਹਿੰਦੇ ਕਿ ਉਹਨਾਂ ਨੇ ਇੱਕ ਖਬਰ ਫੈਲ ਗਈ, ਅਫਵਾਹ ਫੈਲ ਗਈ ਕਿ ਜਿਹੜੇ ਲੌਰਡਸ ਨੇ, ਨੋਬਲਸ ਨੇ, ਉਹ ਮੈਨਰਸ ਦੇ ਲਈ ਇੱਕ ਉਹਨਾਂ ਨੇ ਜਿਹੜਾ ਹੈ ਬੈਂਡ ਆਫ ਬ੍ਰਿਗੈਂਡਸ ਮਤਲਬ ਕੁਝ ਗੁੰਡਿਆਂ ਦੇ ਗਰੁੱਪ ਜਿਹੜੇ ਉਹਨਾਂ ਨੇ ਹਾਇਰ ਕੀਤੇ ਨੇ ਜਿਹੜੇ ਉਹਨਾਂ ਦੀ ਸਾਰੀਆਂ ਫਸਲਾਂ ਨੂੰ ਤਬਾਹ ਕਰ ਦੇਣਗੇ। ਇਹ ਜਿਹੜਾ ਕਹਿੰਦਾ ਇੱਕ ਫਰੈਂਜੀ ਆਫ ਫੇਅਰ ਮਤਲਬ ਉਹ ਲੋਕ ਜਿਹੜੇ ਇੱਕ ਡਰ ਦੇ ਮਾਹੌਲ ਦੇ ਵਿੱਚ ਆ ਗਏ ਅਤੇ ਜਿਹੜੇ ਪੀਜ਼ੈਂਟ ਸੀਗੇ ਉਹਨਾਂ ਨੇ ਬਹੁਤ ਸਾਰੇ ਡਿਸਟ੍ਰਿਕਟਸ ਦੇ ਵਿੱਚ ਜਿਹੜੀਆਂ ਹੋਈ ਸੀ ਮਤਲਬ ਜਿਹਨਾਂ ਨੂੰ ਬੱਚੇ ਆਪਾਂ ਯੂਜ਼ ਕਰਦੇ ਆ ਖੇਤਾਂ ਵਿੱਚ ਕਈਆਂ ਜਿਹਨਾਂ ਨੂੰ ਕਹਿੰਦੇ ਆ। ਐਂਡ ਪਿਚ ਫਲੋਕ ਮਤਲਬ ਜਿੱਦਾਂ ਹਲ ਕਹਿ ਲਓ ਜਾਂ ਜਿਸ ਤਰ੍ਹਾਂ ਆਪਾਂ ਇੱਕ ਤੂੜੀ ਜਿਹਦੇ ਨਾਲ ਕਰਦੇ ਆ ਅੱਗੇ ਪਿੱਛੇ ਕਰਦੇ ਜਿਹਨੂੰ ਆਪਾਂ ਤੰਗਲੀ ਕਹਿੰਦੇ ਆ। ਠੀਕ ਹੈ, ਸੋ ਉਹ ਇਹੋ ਜਿਹੇ ਜਿਹੜੇ ਉਹਨਾਂ ਦੇ ਕੋਲ ਔਜ਼ਾਰ ਸੀਗੇ ਉਹਨਾਂ ਦੇ ਨਾਲ ਉਹਨਾਂ ਨੇ ਅਟੈਕ ਕਰ ਦਿੱਤਾ। ਕਿਹਦੇ 'ਤੇ ਅਟੈਕ ਕੀਤਾ? ਚੈਟਿਓਕਸ ਕੌਣ ਸੀਗੇ? ਜਿਹੜੇ ਨੋਬਲ ਪਰਸਨ ਸੀਗੇ। ਠੀਕ ਹੈ, ਜਿਨ੍ਹਾਂ ਦੇ ਖੇਤ ਸੀਗੇ। ਸੋ ਉਹਨਾਂ ਨੇ ਉਹਨਾਂ ਦੇ ਘਰਾਂ ਨੂੰ ਲੁੱਟ ਲਿਆ, ਉਹਨਾਂ ਦੇ ਘਰਾਂ 'ਚ ਜਿੰਨਾ ਅਨਾਜ ਸੀਗਾ ਲੁੱਟ ਲਿਆ ਗਿਆ ਔਰ ਜਿਹੜੇ ਡਾਕੂਮੈਂਟਸ ਸੀਗੇ ਜਿਨ੍ਹਾਂ ਦੇ ਉੱਤੇ ਇਹ ਲਿਖਿਆ ਹੋਇਆ ਹੈਗਾ ਕਿਹੜੇ ਖੇਤ ਕਿਹਦੇ ਨੇ ਜਾਂ ਕਿੰਨੇ ਪੈਸੇ ਦੇਣੇ ਨੇ, ਉਹਨਾਂ ਸਾਰੇ ਜਿਹੜੇ ਡਾਕੂਮੈਂਟਸ ਸੀਗੇ ਉਹਨਾਂ ਨੂੰ ਜਲਾ ਦਿੱਤਾ ਗਿਆ ਔਰ ਬਹੁਤ ਸਾਰੇ ਜਿਹੜੇ ਨੋਬਲ ਸੀਗੇ ਆਪਣੇ ਘਰਾਂ ਨੂੰ ਛੱਡ ਕੇ ਦੌੜ ਗਏ ਜਦੋਂ ਇੱਦਾਂ ਦੀ ਜਿਹੜੀ ਕੰਡੀਸ਼ਨ ਸੀ, ਹੌਰੀਫਾਈਡ ਕੰਡੀਸ਼ਨ ਉਹਨਾਂ ਨੇ ਦੇਖੀ। ਠੀਕ ਹੈ, ਨੈਕਸਟ ਹੈ ਬੱਚੇ ਕਿ ਕਹਿੰਦੇ ਇਹ ਵਾਲੀ ਜਿਹੜੀਆਂ ਜਿਵੇਂ ਕੰਡੀਸ਼ਨਸ ਨੂੰ ਦੇਖਦਿਆਂ ਹੋਇਆ ਜਿਹੜਾ ਕਿੰਗ ਸੀਗਾ ਲੂਈ 16 ਉਹਨੇ ਫਾਈਨਲੀ ਜਿਹੜਾ ਹੈਗਾ ਨੈਸ਼ਨਲ ਅਸੈਂਬਲੀ ਕੀ ਬੱਚੇ ਜਿਹੜੇ ਟੈਨਿਸ ਕੋਰਟ ਵਿੱਚ ਲੋਕ ਇਕੱਠੇ ਹੋਏ ਸੀਗੇ ਉਹਨਾਂ ਨੇ ਆਪਣੇ ਆਪ ਨੂੰ ਐਜ਼ ਅ ਨੈਸ਼ਨਲ ਅਸੈਂਬਲੀ ਡਿਕਲੇਅਰ ਕੀਤਾ ਹੈਗਾ। ਠੀਕ ਹੈ, ਸੋ ਨੈਸ਼ਨਲ ਅਸੈਂਬਲੀ ਨੂੰ ਕਹਿੰਦੇ ਕਿ ਉਹਨਾਂ ਨੇ ਅਸੈਪਟ ਕਰ ਲਿਆ। ਠੀਕ ਹੈ, ਔਂਡ ਜਿਹੜੀ ਉਹਨੇ ਇਹ ਅਸੈਪਟ ਕੀਤਾ ਕਿ ਉਹਦੀ ਜਿਹੜੀਆਂ ਪਾਵਰਸ ਸੀਗੀਆਂ ਉਹਨਾਂ ਦੇ ਉੱਤੇ ਹੁਣ ਕੰਸਟੀਟਿਊਸ਼ਨ ਦਾ ਚੈੱਕ ਹੋਏਗਾ ਯਾਨੀ ਕਿ ਜੋ ਕੰਸਟੀਟਿਊਸ਼ਨ 'ਚ ਲਿਖਿਆ ਹੈ ਉਸੇ ਦੇ ਅਕੋਰਡਿੰਗ ਹੀ ਹੁਣ ਉਹ ਚੱਲੇਗਾ। ਇਹਦੇ ਨਾਲ ਨੈਕਸਟ ਹੈ ਬੱਚੇ ਕਹਿੰਦੇ ਕਿ 4 ਅਗਸਤ 1789 ਨੂੰ ਜਿਹੜਾ ਹੈਗਾ ਅਸੈਂਬਲੀ ਜਿਹੜੀ ਹੈਗੀ ਉਹਨੇ ਇੱਕ ਡਿਕਰੀ ਮਤਲਬ ਹੁੰਦਾ ਹੈ ਇੱਕ ਲਾਅ ਇੱਕ ਤਰੀਕੇ ਨਾਲ ਕਹਿ ਸਕਦੇ ਆਪਾਂ। ਕਹਿੰਦੇ ਕਿ 4 ਅਗਸਤ ਐਂਡ 1789 ਨੂੰ ਅਸੈਂਬਲੀ ਨੇ ਇੱਕ ਡਿਕਰੀ ਪਾਸ ਕੀਤੀ ਜਿਹੜੇ ਸਾਰੇ ਫਿਊਡਲ ਸਿਸਟਮ ਸੀਗਾ ਉਹਨਾਂ ਦੇ ਓਬਲੀਗੇਸ਼ਨ ਸੀਗੇ ਟੈਕਸ ਸੀਗੇ ਉਹ ਸਭ ਨੂੰ ਖਤਮ ਕਰ ਦਿੱਤਾ ਗਿਆ ਔਰ ਜਿਹੜਾ ਲੈਂਡ ਏਰੀਆ ਸੀਗਾ ਉਹਨੂੰ ਆਮ ਲੋਕਾਂ ਨੂੰ ਦੇ ਦਿੱਤਾ ਗਿਆ। ਠੀਕ ਹੈ, ਮੈਂਬਰਸ ਜਿਹੜੇ ਕਹਿੰਦੇ ਸੀ ਕਲਰਜੀ ਯਾਨੀ ਜਿਹੜੀ ਫਸਟ ਸਟੇਟ ਸੀਗੀ ਉਹਦੇ ਜਿਹੜੇ ਮੈਂਬਰ ਸੀਗੇ ਕਲਰਜੀ ਸਟੇਟ ਦੇ ਮੈਂਬਰ ਉਹਨਾਂ ਨੂੰ ਵੀ ਫੋਰਸ ਕੀਤਾ ਗਿਆ ਕਿ ਆਪਣੇ ਜਿਹੜੇ ਸਪੈਸ਼ਲ ਰਾਈਟਸ ਨੇ ਪ੍ਰਿਵਿਲੇਜਸ ਨੇ ਉਹਨਾਂ ਨੂੰ ਛੱਡ ਦੇਣ। ਠੀਕ ਹੈ, ਜਿਹੜਾ ਉਹ ਟੈਕਸ ਲੈਂਦੇ ਸੀਗੇ ਟਿਪਸ ਜਿਹੜੇ ਟੈਕਸ ਸੀਗਾ ਜਿਹੜਾ ਚਰਚ ਲੈਂਦਾ ਸੀਗਾ ਉਹਨੂੰ ਵੀ ਐਬੋਲਿਸ਼ ਕਰ ਦਿੱਤਾ ਗਿਆ ਔਰ ਲੈਂਡ ਜਿਹੜੇ ਚਰਚ ਦੇ ਸੀਗੇ ਉਹਨਾਂ ਨੂੰ ਕੌਨਫਿਸਕੇਟਡ ਮਤਲਬ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ। ਸੋ ਇਹਦੇ ਰਿਜ਼ਲਟ ਵਜੋਂ ਕਹਿੰਦੇ ਕਿ ਜਿਹੜੀ ਗਵਰਨਮੈਂਟ ਸੀਗੀ ਉਹਨੂੰ 2 ਬਿਲੀਅਨ ਲਿਵਰਸ ਜਿਹੜਾ ਸੀਗਾ ਉਹਦੀ ਪ੍ਰੋਪਰਟੀ ਜਿਹੜੀ ਸੀਗੀ ਉਹ ਮਿਲੀ। ਥੈਂਕ ਯੂ।